ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਨੇ ਕੀਰਤਨ ਦੇ ਸੰਬੰਧ ਵਿੱਚ ਇਹ ਬਚਨ ਆਖੇ ਹੋਏ ਨੇ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਸ ਚੱਲ ਰਹੇ ਸਮੇਂ ਦੇ ਅੰਦਰ ਵਾਹਿਗੁਰੂ ਜੀ ਦੀ ਜੋ ਕੀਰਤੀ ਹੈ, ਜੋ ਉਸ ਦੀ ਸਿਫਤ ਸਲਾਹ ਕਰਨਾ ਹੈ, ਉਸ ਨੂੰ ਪ੍ਰਧਾਨਗੀ ਮਿਲੀ ਹੋਈ ਹੈ। ਆਪ ਜਿੰਨੇ ਵੀ ਹੋਰ ਸਾਧਨ ਨੇ ਪ੍ਰਭੂ ਦੀ ਭਗਤੀ ਦੇ, ਉਹਨਾਂ ਸਾਰਿਆਂ ਸਾਧਨਾਂ ਵਿੱਚੋਂ ਪ੍ਰਭੂ ਦੀ ਕੀਰਤੀ, ਵਾਹਿਗੁਰੂ ਜੀ ਦੀ ਸਿਫਤ ਸਲਾਹ ਵਾਲਾ ਜਿਹੜਾ ਸਾਧਨ ਹੈ, ਇਹ ਸਰਬ ਸ੍ਰੇਸ਼ਟ ਹੈ। ਇੱਕ ਸ਼ਰਤ ਨਾਲ ਲਗਾਈ ਗਈ ਹੈ, ਉਹ ਸ਼ਰਤ ਨੂੰ ਜ਼ਰੂਰ ਸਮਝਣਾ। ਗੁਰਮੁਖ ਜਪੀਐ ਲਾਏ ਧਿਆਨਾ, ਧਿਆਨ ਲਗਾਉਣਾ ਅਤੀ ਜ਼ਰੂਰੀ ਹੈ। ਜੇ ਅਸੀਂ ਧਿਆਨ ਨਾਲ ਨਹੀਂ ਸੁਣਦੇ ਜਾਂ ਧਿਆਨ ਨਾਲ ਨਹੀਂ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ, ਤੇ ਫਿਰ ਇਸ ਦੀ ਕੋਈ ਪ੍ਰਧਾਨਗੀ ਨਹੀਂ ਰਹਿ ਜਾਂਦੀ। ਉਸ ਸ਼ਰਤ ਨੂੰ ਪੂਰੀਆਂ ਕਰਨਾ ਅਤੀ ਲਾਜ਼ਮੀ ਹੈ। ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੀ ਰਹਿਣਾ ਸਮੇਂ-ਸਮੇਂ ਕਿ ਜਿੰਨਾ ਚਿਰ ਆਪਾਂ ਇਸ ਦਰਬਾਰ ਹਾਲ ਵਿੱਚ ਬੈਠੀਏ, ਉਹਨਾਂ ਚਿਰ ਪੂਰੀ ਤਵੱਜੋ ਆਪਣੀ ਸ਼ਬਦ ਨਾਲ ਲਗਾ ਕੇ ਰੱਖੀਏ। ਚਾਹੇ ਉਹ ਸ਼ਬਦ ਨਿਤਨੇਮ ਦਾ ਪਾਠ ਹੋ ਰਿਹਾ ਹੋਵੇ, ਚਾਹੇ ਸ਼ਬਦ ਦਾ ਕੀਰਤਨ ਹੋ ਰਿਹਾ ਹੋਵੇ, ਤੇ ਜਾਂ ਫਿਰ ਸ਼ਬਦ ਦੀ ਕਥਾ ਵਿਚਾਰ ਹੋ ਰਹੀ ਹੋਵੇ, ਉਹਦੇ ਨਾਲ ਆਪਣਾ ਧਿਆਨ ਜੋੜ ਕੇ ਰੱਖੋ। ਇਸ ਜਗ੍ਹਾ ਤੇ ਧਿਆਨ ਦਾ ਅਰਥ ਹੈ ਸੁਰਤ। ਸਾਡੀ ਸੁਰਤ ਨਾ ਇੱਥੇ ਬੈਠੀਆਂ ਹੀ ਇੱਧਰ ਉੱਧਰ ਦੌੜਦੀ ਰਹਿੰਦੀ ਹੈ, ਕੌਣ ਆਇਆ ਕੌਣ ਗਿਆ। ਇਸ ਨੂੰ ਵਰਜਣਾ ਹੈ। ਜੇ ਹੋ ਸਕੇ ਤੇ ਨੇਤਰ ਬੰਦ ਕਰਕੇ ਬੈਠਣਾ ਚਾਹੀਦਾ ਹੈ। ਫਿਰ ਕਈ ਪਾਸਿਆਂ ਤੋਂ ਧਿਆਨ ਸਹਿ ਸੁਭਾਈ ਰੁਕ ਜਾਂਦਾ। ਸੋ ਯਤਨ ਕਰੀਏ ਜਿੰਨਾ ਕੁ ਚਿਰ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਦੇ ਹਾਂ, ਆਪਣੀ ਸੁਰਤ ਨੂੰ ਟਿਕਾ ਕੇ ਗੁਰੂ ਕੀ ਪਵਿੱਤਰ ਬਾਣੀ ਰਾਹੀਂ ਜੋ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੋ ਗਈ ਹੈ, ਉਸ ਨੂੰ ਆਪਾਂ ਸੁਣਿਆ ਕਰੀਏ। ਸੋ ਆਪਾਂ ਸ਼ੁੱਕਰਵਾਰ ਵਾਲੇ ਦਿਨ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝਦੇ ਆ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 40 ਅਤੇ ਸ਼ਲੋਕ ਨੰਬਰ 41 ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1379 ਅਤੇ 1380 ਉੱਤੇ ਦਰਜ ਹੈ। ਪਿਛਲੇ ਸ਼ੁੱਕਰਵਾਰ ਆਪਾਂ ਬਾਬਾ ਫਰੀਦ ਜੀ ਦਾ ਇਹ ਬਚਨ ਸਮਝ ਰਹੇ ਸਾਂ, ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਕਿਹੜੇ ਕੰਮ ਦਾ ਮਤਲਬ ਹੈ ਕਿਹੜੇ ਕੰਮ, ਕਿਸ ਕੰਮ ਲਈ ਤੂੰ ਸੰਸਾਰ ਵਿੱਚ ਆਇਆ ਹੈ। ਤੇਰੇ ਕੋਲੋਂ ਰੱਬ ਇਹ ਗੱਲ ਜ਼ਰੂਰ ਪੁੱਛੇਗਾ ਵੀ ਜਿਹੜੇ ਕੰਮ ਤੂੰ ਆਇਆ ਸੈਂ, ਕੀ ਉਹ ਕੰਮ ਕੀਤਾ ਹੈ ਕਿ ਨਹੀਂ ਕੀਤਾ। ਬੜੀ ਸੁਭਾਵਿਕ ਜਿਹੀ ਗੱਲ ਹੈ
ਅਸੀਂ ਆਪਣੇ ਬੱਚਿਆਂ ਨੂੰ ਕਿਸੇ ਕੰਮ ਲਈ ਬਾਹਰ ਭੇਜਦੇ ਹਾਂ, ਜਦੋਂ ਵਾਪਸ ਘਰ ਆਉਂਦੇ ਨੇ ਤੇ ਅਸੀਂ ਸੁਭਾਵਕ ਹੀ ਉਹਨਾਂ ਨੂੰ ਪੁੱਛਦੇ ਹਾਂ ਕਿ ਬੱਚੇ ਬੇਟਾ ਜਿਸ ਕੰਮ ਗਏ ਸੋ ਉਹ ਕੰਮ ਹੋ ਗਿਆ। ਜੇ ਉਹ ਅੱਗੋਂ ਹੱਸ ਕੇ ਵਿਖਾ ਦੇਵੇ ਤੇ ਸਾਨੂੰ ਫਿਰ ਉਹ ਚੰਗਾ ਨਹੀਂ ਲੱਗਣਾ। ਜੇ ਉਹ ਇਹ ਗੱਲ ਆਖੇ ਕਿ ਬਿਲਕੁਲ ਜਿਹੜੇ ਕੰਮ ਤੁਸੀਂ ਮੈਨੂੰ ਭੇਜਿਆ ਸੀ ਮੈਂ ਪੂਰਨ ਤੌਰ ਤੇ ਕਰਕੇ ਆਇਆ, ਸਾਡਾ ਹਿਰਦਾ ਬਹੁਤ ਖੁਸ਼ ਹੋਏਗਾ ਆਪਣੇ ਬੱਚਿਆਂ ਤੋਂ। ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ। ਪਰਮਾਤਮਾ ਨੇ ਸਾਨੂੰ ਕਿਸੇ ਕਾਰਜ ਲਈ ਇਸ ਧਰਤੀ ਉੱਤੇ ਭੇਜਿਆ ਹੈ ਤੇ ਜਦੋਂ ਅਸੀਂ ਇਸ ਧਰਤੀ ਤੋਂ ਵਾਪਸ ਜਾਣਾ ਹੈ, ਜਿਸ ਮਾਲਕ ਨੇ ਸਾਨੂੰ ਭੇਜਿਆ ਉਸ ਮਾਲਕ ਨੇ ਸਾਨੂੰ ਜ਼ਰੂਰ ਪੁੱਛਣਾ ਹੈ ਕਿ ਬੱਚਿਓ ਜਿਹੜੇ ਕੰਮ ਤੁਹਾਨੂੰ ਭੇਜਿਆ ਸੀ ਕੀ ਤੁਸੀਂ ਉਹ ਕੰਮ ਕਰ ਆਏ ਹੋ? ਜਿਹੜੇ ਲੋਕ ਤੇ ਕਰਕੇ ਗਏ ਹੋਣਗੇ ਉਹ ਤੇ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਨਾਲ, ਔਰ ਮੈਂ ਤੇ ਇਸ ਤਰ੍ਹਾਂ ਵੀ ਆਖਾਂਗਾ ਬੜੇ ਮਾਣ ਨਾਲ ਆਖਣਗੇ ਹਾਂ ਪਿਤਾ ਜੀ ਅਸੀਂ ਕਰ ਆਏ ਹਾਂ। ਤੇ ਜਿਹੜੇ ਮੇਰੇ ਵਰਗੇ ਸਾਰੀ ਜ਼ਿੰਦਗੀ ਇੱਥੇ ਹੋਰ ਹੀ ਖੇਡਾਂ ਖੇਡਦੇ ਰਹੇ, ਜਿਹੜੇ ਕੰਮ ਆਏ ਸਾਨੂੰ ਕੰਮ ਕੀਤਾ ਹੀ ਨਾ, ਤੇ ਉਹਨਾਂ ਦਾ ਸਿਰ ਫਿਰ ਝੁਕ ਜਾਏਗਾ, ਅੱਖਾਂ ਸਾਹਮਣੇ ਨਹੀਂ ਹੋਣਗੀਆਂ। ਇਸ ਤਰ੍ਹਾਂ ਵੀ ਸਿਆਣੇ ਆਖਦੇ ਨੇ ਕਿਹੜਾ ਮੂੰਹ ਲੈ ਕੇ ਉਹਦੇ ਦਰਬਾਰ ਵਿੱਚ ਜਾਵਾਂਗੇ ਜਦੋਂ ਅਸੀਂ ਉਹ ਕੰਮ ਹੀ ਨਹੀਂ ਕੀਤਾ ਜਿਸ ਕੰਮ ਲਈ ਆਏ। ਸੋ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਸਾਰੇ ਜਣੇ ਇਹ ਸਮਝਣ ਦੀ ਕੋਸ਼ਿਸ਼ ਕਰਨਾ ਗੁਰਬਾਣੀ ਵਿੱਚੋਂ ਕਿ ਅਸੀਂ ਸੰਸਾਰ ਵਿੱਚ ਕਿਹੜੇ ਕੰਮ ਆਏ ਹਾਂ। ਤੇ ਮੈਨੂੰ ਆਸ ਹੈ ਤੁਸੀਂ ਜ਼ਰੂਰ ਥੋੜ੍ਹੀ ਬਹੁਤੀ ਕੋਸ਼ਿਸ਼ ਕੀਤੀ ਹੋਏਗੀ। ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਇਹ ਗੱਲ ਲੱਭਣ ਦੀ ਕਿ ਅਸੀਂ ਕਿਹੜੇ ਕੰਮ ਇਸ ਦੁਨੀਆ ਵਿੱਚ ਆਏ ਹਾਂ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤੇ ਜਿਨ੍ਹਾਂ ਨੇ ਭਾਈ ਨਹੀਂ ਕੀਤੀ ਹੋਏਗੀ ਧੰਨਵਾਦ ਤੇ ਮੈਂ ਉਹਨਾਂ ਦਾ ਵੀ ਕਰਦਾ ਹੀ ਹਾਂ, ਕਿਉਂਕਿ ਉਹਨਾਂ ਨੇ ਇਹ ਦੱਸ ਦਿੱਤਾ ਕਿ ਸਾਨੂੰ ਇਹ ਕਰਨ ਦੀ ਜ਼ਰੂਰਤ ਹੀ ਨਹੀਂ ਕਿ ਅਸੀਂ ਕਿਹੜੇ ਕੰਮ ਆਏ ਹਾਂ। ਸੋਹਣਾ ਕੰਮ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਬੱਚਿਆਂ 'ਚ ਰਹਿੰਦੇ ਹਾਂ, ਘਰ ਬਾਹਰ ਸੋਹਣੇ ਬਣਾ ਲਏ ਨੇ, ਸਭ ਕੁਝ ਬਹੁਤ ਵਧੀਆ, ਹੋਰ ਕਿਹੜਾ ਕੰਮ ਇਸ ਤੋਂ ਪਰੇ। ਸੋ ਆਪਾਂ ਇੱਕ ਗੱਲ ਸਮਝਣੀ ਹੈ ਗੁਰਬਾਣੀ ਵਿੱਚੋਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਇਹ ਗੱਲ ਆਖੀ, ਆਪਾਂ ਸਾਰਿਆਂ ਨੂੰ ਆਖੀ, ਸਾਰੇ ਸੰਸਾਰ ਦੇ ਲੋਕਾਂ ਨੂੰ ਆਖੀ। ਉਹਨਾਂ ਨੇ ਆਖਿਆ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸੁ ਢੋਰ। ਸੰਸਾਰ ਵਿੱਚ ਜਿੰਨੇ ਅਸੀਂ ਲੋਕ ਆਏ ਹਾਂ, ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਿਆ ਕਿ ਅਸੀਂ ਕਿਉਂ ਆਏ ਹਾਂ, ਬਿਨ ਬੂਝੇ, ਜੇ ਇਸ ਗੱਲ ਨੂੰ ਨਹੀਂ ਸਮਝਿਆ ਕਿ ਅਸੀਂ ਕਿਉਂ ਆਏ ਹਾਂ, ਤੇ ਫਿਰ ਐਵੇਂ ਸੰਸਾਰ ਵਿੱਚ ਜੀਵਨ ਅਸੀਂ ਆਪਣਾ ਬਿਤਾ ਕੇ ਐਵੇਂ ਹੀ ਚਲੇ ਜਾਣਾ। ਫਿਰ ਅਸੀਂ ਪਸ਼ੂਆਂ ਦੀ ਨਿਆਈ ਹਾਂ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, ਬਿਨ ਬੂਝੇ ਪਸੁ ਢੋਰ। ਅਸੀਂ ਪਸ਼ੂਆਂ ਜਿਹੇ ਹੋਵਾਂਗੇ ਜੇ ਅਸੀਂ ਇਸ ਗੱਲ ਨੂੰ ਸਮਝਿਆ ਹੀ ਨਹੀਂ ਕਿ ਅਸੀਂ ਸੰਸਾਰ ਵਿੱਚ ਕਿਉਂ ਆਏ ਹਾਂ। ਜੇ ਸਮਝਿਆ ਏ ਤੇ ਫਿਰ ਜਿਸ ਕੰਮ ਲਈ ਆਏ ਹਾਂ ਉਸ ਕੰਮ ਨੂੰ ਕਰਨਾ ਆਰੰਭ ਕਰਨਾ ਚਾਹੀਦਾ। ਜਿਨ੍ਹਾਂ ਭੈਣ ਭਰਾਵਾਂ ਨੇ ਕੀਤਾ ਭਾਈ ਮੁਬਾਰਕ ਹੋਵੇ ਤੁਹਾਨੂੰ। ਜਿਨ੍ਹਾਂ ਨੇ ਅਜੇ ਨਹੀਂ ਸ਼ੁਰੂ ਕੀਤਾ ਆਪਣਾ ਅਸਲੀ ਕੰਮ, ਉਹ ਆਪਾਂ ਆਪਣਾ ਅਸਲੀ ਕੰਮ ਨਾਲ ਦੀ ਨਾਲ ਜ਼ਰੂਰ ਸ਼ੁਰੂ ਕਰੀਏ। ਸਿਆਣੇ ਆਖਦੇ ਨੇ ਜੇ ਕੰਮ ਸ਼ੁਰੂ ਕਰ ਲਈਏ ਤੇ ਆਸ ਹੋ ਸਕਦੀ ਹੈ ਵੀ ਕਦੀ ਪੂਰਾ ਹੋ ਜਾਏਗਾ, ਪਰ ਜੇ ਸ਼ੁਰੂ ਹੀ ਨਾ ਕੀਤਾ ਹੋਵੇ ਤੇ ਕਿਵੇਂ ਆਸ ਰੱਖ ਸਕਦੇ ਹਾਂ ਕਿ ਇਹ ਪੂਰਾ ਹੋਏਗਾ। ਸੋ ਆਪਾਂ ਉਸ ਕਾਰਜ ਨੂੰ ਸ਼ੁਰੂ ਕਰਨਾ ਹੈ ਜਿਹੜੇ ਕੰਮ ਲਈ ਆਪਾਂ ਸੰਸਾਰ ਵਿੱਚ ਆਏ ਹਾਂ। ਬਹੁਤ ਸਾਰੇ ਗੁਰਬਾਣੀ ਵਿੱਚੋਂ ਪ੍ਰਮਾਣ ਮਿਲਦੇ ਨੇ ਕਿ ਅਸੀਂ ਕਾਹਦੇ ਲਈ ਆਏ ਹਾਂ।
ਇੱਕ ਸ਼ਬਦ ਤੇ ਅਸੀਂ ਰੋਜ਼ ਪੜ੍ਹਦੇ ਹਾਂ, ਜਿਹੜੇ ਤੁਸੀਂ ਨਿਤਨੇਮ ਸ਼ਾਮ ਦਾ ਕਰਦੇ ਹੋਵੋਗੇ। ਪੰਜਵੇਂ ਸਤਿਗੁਰੂ ਜੀ ਦੇ ਬਚਨ ਰੋਜ਼ ਪਾਠ ਵਿੱਚ ਪੜ੍ਹੇ ਜਾਂਦੇ ਨੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਾਹਦੇ ਲਈ ਸੰਸਾਰ ਵਿੱਚ ਆਏ ਆ? ਗੋਬਿੰਦ ਮਿਲਣ ਲਈ। ਉਹਨੂੰ ਮਿਲਣ ਦਾ ਹੁਣ ਕੰਮ ਸ਼ੁਰੂ ਕਰਨਾ ਹੈ। ਤੇ ਕੰਮ ਵੀ ਜੇ ਤੁਸੀਂ ਆਪ ਸਮਝ ਪਾਓ ਵੀ ਉਹ ਕੰਮ ਕਿਵੇਂ ਸ਼ੁਰੂ ਕਰਨਾ ਤੇ ਬਹੁਤ ਚੰਗੀ ਗੱਲ ਹੋਵੇ। ਮੈਂ ਤੁਹਾਨੂੰ ਸੰਖੇਪ ਵਿੱਚ ਇਸ਼ਾਰੇ ਮਾਤਰ ਦੱਸ ਦਿੰਦਾ, ਕਿਉਂਕਿ ਸਮੇਂ ਦਾ ਥੋੜਾ ਧਿਆਨ ਰੱਖਣਾ ਹੁੰਦਾ ਹੈ। ਆਪਾਂ ਪਿੱਛੇ ਜੇ ਇੱਕ ਕਥਾ ਵਿੱਚ ਵਿਚਾਰਿਆ ਸੀ ਕਿ ਸਾਡੇ ਸਰੀਰ ਵਿੱਚ ਪਰਮਾਤਮਾ ਤੱਕ ਪਹੁੰਚਣ ਲਈ 6 ਪੜਾਅ ਨੇ, ਤੇ ਅਸੀਂ ਹਰ ਮਨੁੱਖ ਕਿਸੇ ਨਾ ਕਿਸੇ ਪੜਾਅ ਤੇ ਰੁਕੇ ਹੋਏ ਹਾਂ। ਉਹਨਾਂ 6 ਪੜਾਵਾਂ ਵਿੱਚੋਂ ਤੁਸੀਂ ਆਪ ਦੇਖਣਾ ਹੈ ਕਿ ਤੁਸੀਂ ਕਿੱਥੇ ਰੁਕੇ ਹੋ। ਜਿੱਥੇ ਵੀ ਆਪਾਂ ਰੁਕੇ ਹਾਂ ਉੱਥੋਂ ਹੀ ਅੱਗੇ ਚੱਲਣਾ। ਬਸ ਕੋਸ਼ਿਸ਼ ਕਰੋ, ਜਿੱਥੇ ਕਰਕੇ ਤੁਸੀਂ ਹੋ। ਜੇ ਜਪ ਕਰਨਾ ਹੈ ਤੇ ਜਪ ਸ਼ੁਰੂ ਕਰੋ। ਜੇ ਤੁਸੀਂ ਜਪ ਕਰ ਬੈਠੇ ਹੋ, ਸਿਮਰਨ ਕਰਨਾ ਹੈ ਤੇ ਸਿਮਰਨ ਆਰੰਭ ਕਰੋ। ਜੇ ਸਿਮਰਨ ਹੋ ਗਿਆ ਤੇ ਫਿਰ ਧਿਆਨ ਵਾਲੀ ਅਵਸਥਾ ਹੁੰਦੀ ਹੈ ਅਗਲੀ, ਉਹਦੇ ਵਿੱਚ ਬੈਠਿਆ ਕਰੋ। ਸੋ ਇਸ ਤਰ੍ਹਾਂ ਆਪਾਂ ਜਿੱਥੇ ਕਿਤੇ ਹਾਂ, ਆਪਾਂ ਉੱਥੋਂ ਹੀ ਸ਼ੁਰੂ ਕਰਨਾ ਹੈ। ਇਹ ਹੈ ਕੰਮ ਸ਼ੁਰੂ ਕਰਨਾ। ਆਏ ਹਾਂ ਗੋਬਿੰਦ ਮਿਲਣ ਲਈ, ਤੇ ਗੋਬਿੰਦ ਮਿਲਣ ਵਾਲਾ ਜਿਹੜਾ ਕਾਰਜ ਹੈ ਉਹ ਸ਼ੁਰੂ ਹੋਣਾ ਜਪ ਤੋਂ। ਸੋ ਆਪਾਂ ਉਸ ਨੂੰ ਸ਼ੁਰੂ ਕਰੀਏ। ਆਓ ਅਸੀਂ ਗੁਰਬਾਣੀ ਵਿੱਚੋਂ ਨਾ 1-2 ਪ੍ਰਮਾਣ ਹੋਰ ਸਮਝਣੇ ਨੇ ਕਿ ਅਸੀਂ ਸੰਸਾਰ ਵਿੱਚ ਕਾਹਦੇ ਲਈ ਆਏ ਹਾਂ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ ਜੋ ਤੁਹਾਡੇ ਸਾਹਮਣੇ ਨੇ। ਆਇਓ ਸੁਨਨ ਪੜਨ ਕੋ ਬਾਣੀ। ਇੱਥੇ ਜਿਹੜਾ ਬਾਣੀ ਸ਼ਬਦ ਹੈ ਨਾ ਜੀ, ਇਹਦੇ ਵੱਲ ਜ਼ਰੂਰ ਧਿਆਨ ਦਿਓ। ਬਾਣੀ ਦਾ ਇੱਥੇ ਮਤਲਬ ਹੈ ਜਿਹੜੀ ਰੱਬ ਦੀ ਸਿਫਤ ਸਲਾਹ ਵਾਲੀ ਬਾਣੀ ਹੈ। ਉਹ ਕਿਸੇ ਧਰਮ ਦੀ ਹੋਵੇ, ਕਿਸੇ ਧਰਮ ਗ੍ਰੰਥ ਦੀ ਹੋਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੇ ਸਾਰੀ ਬਾਣੀ ਹੀ ਰੱਬੀ ਸਿਫਤ ਸਲਾਹ ਨਾਲ ਗੜੂੰਦੇ। ਪਰ ਜੇ ਬਾਹਰ ਵੀ ਕਿਤੋਂ ਸਾਨੂੰ ਰੱਬੀ ਸਿਫਤ ਸਲਾਹ ਦੀ ਬਾਣੀ ਮਿਲੇ, ਉਹ ਵੀ ਮਾੜੀ ਨਹੀਂ, ਉਹਨੂੰ ਵੀ ਗਾਉਣਾ ਚਾਹੀਦਾ, ਉਹਨੂੰ ਵੀ ਪੜ੍ਹਨਾ ਚਾਹੀਦਾ। ਆਇਓ ਸੁਨਨ ਪੜਨ ਕਉ ਬਾਣੀ। ਇਹ ਬੰਦਾ ਸੰਸਾਰ ਦੇ ਅੰਦਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਾਲੀ, ਉਹਦੀ ਕੀਰਤੀ ਵਾਲੀ, ਉਹਦੇ ਕੀਰਤਨ ਵਾਲੀ ਬਾਣੀ ਨੂੰ ਸੁਣਨ ਲਈ ਤੇ ਪੜ੍ਹਨ ਲਈ ਆਏ। ਜਦੋਂ ਅਸੀਂ ਬਾਣੀ ਸੁਣਦੇ ਹਾਂ ਤੇ ਬਾਣੀ ਪੜ੍ਹਦੇ ਹਾਂ, ਸਾਡੇ ਮਨ ਤੇ ਇਸ ਬਾਣੀ ਦਾ ਇੱਕ ਬੜਾ ਸਿੱਧਾ ਜਿਹਾ ਪ੍ਰਭਾਵ ਪੈਂਦਾ ਹੈ। ਉਹ ਪ੍ਰਭਾਵ ਇਹ ਪੈਂਦਾ ਹੈ ਕਿ ਅਸੀਂ ਜਿਸ ਕੰਮ ਲਈ ਆਏ ਹਾਂ ਉਹ ਕੰਮ ਕਰਨ ਤੇ ਅਸੀਂ ਮਜਬੂਰ ਹੋ ਜਾਂਦੇ ਹਾਂ। ਬਾਣੀ ਸੁਣ ਸੁਣ ਕੇ, ਬਾਣੀ ਪੜ੍ਹ ਪੜ੍ਹ ਕੇ, ਬਾਣੀ ਰੋਜ਼ ਚੋਟਾਂ ਮਾਰਦੀ ਏ, ਹਰ ਵਕਤ ਚੋਟ ਕਰਦੀ ਏ ਸਾਡੇ ਹਿਰਦੇ ਤੇ ਕਿ ਬਈ ਤੂੰ ਕਰ ਕੀ ਰਿਹਾ। ਮਨ ਮੂਰਖ ਅਜਹੂ ਨਾ ਸਮਝਤ, ਸਿੱਖ ਦੇ ਹਾਰਿਓ ਨੀਤ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੜ੍ਹਾਂਗੇ, ਉਹ ਸਾਨੂੰ ਆਖਣਗੇ ਕਿ ਮੂਰਖਾ, ਤੈਨੂੰ ਸਾਰੀ ਜ਼ਿੰਦਗੀ ਮੈਂ ਸਿੱਖਿਆ ਦੇ ਦੇ ਕੇ ਥੱਕ ਗਿਆ, ਪਰ ਤੂੰ ਅਜੇ ਨਹੀਂ ਸਮਝਿਆ। ਤੇ ਜਦੋਂ ਅਸੀਂ ਇਹ ਬਚਨ ਰੋਜ਼-ਰੋਜ਼ ਸੁਣਾਂਗੇ, ਰੋਜ਼-ਰੋਜ਼ ਪੜਾਂਗੇ, ਕਦੀ ਨਾ ਕਦੀ ਇਹ ਮੂਰਖ ਮਨ ਸਮਝੇਗਾ ਤੇ ਇਸ ਗੱਲ ਨੂੰ ਮੰਨਣ ਲਈ ਰਾਜੀ ਹੋ ਜਾਏਗਾ ਕਿ ਮੈਨੂੰ ਉਹ ਕੰਮ ਕਰਨਾ ਚਾਹੀਦਾ ਜੋ ਗੁਰੂ ਜੀ ਆਖ ਰਹੇ ਨੇ। ਆਖ ਕੀ ਰਹੇ ਨੇ? ਨਾਮ ਵਿਸਾਰ ਲੱਗਾ ਹੈ ਅੰਨ ਲਾਲਚ, ਬਿਰਥਾ ਜਨਮ ਪ੍ਰਾਣੀ। ਐ ਪ੍ਰਾਣੀ, ਐ ਜੀਵ, ਤੇਰਾ ਪੂਰੇ ਦਾ ਪੂਰਾ ਜਨਮ ਹੀ ਵਿਅਰਥ ਚਲਾ ਜਾਣਾ ਹੈ ਜੇ ਤੂੰ ਨਾਮ ਨੂੰ ਵਿਸਾਰ ਕੇ ਤੇ ਹੋਰ ਨਾ ਧੰਦਿਆਂ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ। ਗੁਰੂ ਜੀ ਨੇ ਧੰਦਿਆਂ ਤੋਂ ਨਹੀਂ ਰੋਕਿਆ, ਸਗੋਂ ਇਹ ਆਖਿਆ ਵੀ ਇਹ ਕਾਰਜ ਕਰਦਾ ਹੋਇਆ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਰੱਖ, ਉਹਨੂੰ ਨਾ ਵਿਸਾਰ। ਇਹ ਗੱਲ ਆਖੀ ਹੈ ਸਰ। ਤੇ ਜਿਹੜੇ ਨਾਮ ਨੂੰ ਵਿਸਾਰ ਕੇ ਹੋਰਨਾਂ ਲਾਲਚਾਂ ਵਿੱਚ ਲੱਗੇ ਹੋਏ ਨੇ ਭਾਈ, ਉਹਨਾਂ ਦਾ ਜੀਵਨ ਜਿਹੜਾ ਨਾ ਉਹ ਵਿਅਰਥ ਚਲਾ ਜਾਣਾ। ਸੋ ਅਸੀਂ ਕਾਹਦੇ ਲਈ ਆਏ ਹਾਂ? ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਬਾਣੀ ਸੁਣਨ ਤੇ ਪੜ੍ਹਨ ਲਈ,
ਵਾਹਿਗੁਰੂ ਜੀ ਦਾ ਨਾਮ ਜਪਣ ਲਈ, ਇਸ ਲਈ ਅਸੀਂ ਸੰਸਾਰ ਵਿੱਚ ਆਏ ਹਾਂ। ਤੀਜੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਤੁਸੀਂ ਰੋਜ਼ ਪੜ੍ਹਦੇ ਹੋਵੋਗੇ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ। ਗੁਰੂ ਜੀ ਨੇ ਆਖਿਆ, ਇਹ ਸ਼ਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮਹਿ ਆਇਆ। ਕੀ ਕੀਤਾ ਤੂੰ ਸੰਸਾਰ ਵਿੱਚ ਆ ਕੇ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਲਓ, ਆਹ ਕੰਮ ਕਰਨ ਲਈ ਸੰਸਾਰ ਵਿੱਚ ਆਏ ਸਾਂ। ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣ ਲਈ ਆਏ ਸਾਂ। ਉਹ ਵਸਾਇਆ ਨਹੀਂ ਤੇ ਫਿਰ ਕੀਤਾ ਕੀ। ਫਿਰ ਤੇਰਾ ਇਹ ਮਨੁੱਖਾ ਸਰੀਰ ਜਿਵੇਂ ਦਾ ਤੂੰ ਆਇਆ ਉਵੇਂ ਦਾ ਤੂੰ ਚਲਾ ਗਿਆ। ਤੇ ਗੁਰੂ ਜੀ ਨੂੰ ਆਖਣ ਨੂੰ ਕੋਈ ਸੰਕੋਚ ਨਹੀਂ ਕਿ ਜਿਵੇਂ ਪਸ਼ੂ ਪਰਿੰਦੇ ਸੰਸਾਰ ਵਿੱਚ ਆਉਂਦੇ ਨੇ, ਫਿਰ ਤੇਰਾ ਆਉਣਾ ਵੀ ਗੁਰਮੁਖਾ ਉਹੋ ਜਿਹਾ ਹੀ ਹੈ, ਕੋਈ ਉਹਨਾਂ ਵਿੱਚ ਤੇ ਤੇਰੇ ਵਿੱਚ ਭਿੰਨ ਭੇਦ ਨਹੀਂ। ਇੱਕ ਛੋਟਾ ਜਿਹਾ ਪ੍ਰਮਾਣ ਆਪਾਂ ਹੋਰ ਵਿਚਾਰ ਕੇ ਫਿਰ ਅੱਗੇ ਬਾਣੀ ਸ਼ੁਰੂ ਕਰਦੇ ਹਾਂ। ਭਗਤ ਫਰੀਦ ਸਾਹਿਬ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਜੋ ਆਪਾਂ ਅਖੀਰ ਵਿੱਚ ਸ਼ਲੋਕ ਪੜ੍ਹਦੇ ਹਾਂ ਨੌਵੇਂ ਪਾਤਸ਼ਾਹ ਜੀ ਦੇ, ਉਹਨਾਂ ਵਿੱਚ ਇਹ ਪਹਿਲਾ ਹੀ ਬਚਨ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਹੁਣ ਕਿੰਨੀ ਸਮਝਣ ਵਾਲੀ ਗੱਲ ਏ, ਗੁਣ ਗੋਬਿੰਦ ਗਾਇਓ ਨਹੀਂ। ਜਦੋਂ ਆਪਾਂ ਇਹ ਸਿਰਫ ਇਹਨਾਂ ਚਾਰ ਸ਼ਬਦਾਂ ਨੂੰ ਸਮਝਾਂਗੇ ਨਾ, ਗੁਣ ਗੋਬਿੰਦ ਗਾਇਓ ਨਹੀਂ, ਇਹਦਾ ਮਤਲਬ ਕੀ ਏ, ਗਾਉਣੇ ਸਨ ਗੋਬਿੰਦ ਦੇ ਗੁਣ ਪਰ ਉਹ ਗਾਏ ਨਹੀਂ। ਇਹਦਾ ਮਤਲਬ ਇਸ ਤਰ੍ਹਾਂ ਨਿਕਲਦਾ ਹੈ ਵੀ ਵਾਹਿਗੁਰੂ ਜੀ ਦੇ ਗੁਣ ਇਸ ਪ੍ਰਾਣੀ ਨੇ, ਇਸ ਮਨੁੱਖ ਨੇ, ਇਸ ਇਨਸਾਨ ਨੇ ਗਾਉਣੇ ਸਨ। ਬਾਣੀ ਸਿਫਤ ਸਲਾਹ ਵਾਲੀ ਸੁਣਨੀ ਤੇ ਪੜ੍ਹਨੀ ਸੀ, ਨਾਮ ਜਪਣਾ ਸੀ, ਬੰਦਗੀ ਕਰਨੀ ਸੀ, ਪਰ ਕੀਤੀ ਨਹੀਂ। ਇਹਦੇ ਇਹ ਅਰਥ ਨਿਕਲਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਨਹੀਂ ਗਾਏ, ਗਾਉਣੇ ਸਨ। ਇਸ ਦੇ ਫਲ ਸਰੂਪ ਹੋਇਆ ਕਿ ਜਨਮ ਅਕਾਰਥ ਕੀਨ, ਇਸ ਬੰਦੇ ਨੇ ਆਪਣਾ ਇਹ ਮਨੁੱਖਾ ਜਨਮ ਵਿਅਰਥ ਗਵਾ ਲਿਆ, ਵਿਅਰਥ ਕਰ ਲਿਆ, ਉਹਨੂੰ ਅਜਾਈਂ ਗਵਾ ਲਿਆ, ਉਸ ਮੌਕੇ ਨੂੰ ਸੰਭਾਲਿਆ ਨਾ। ਇਹ ਕੰਮ ਅਸੀਂ ਕਰਨਾ ਸੀ ਜਿਹੜਾ ਕੀਤਾ ਨਹੀਂ। ਕਹੋ ਨਾਨਕ ਹਰ ਭਜ ਮਨਾ, ਜਿਹੇ ਬਿਦ ਜਲ ਕੋ ਮੀਨ। ਕਦੀ ਤੁਸੀਂ ਮੱਛੀ ਨੂੰ ਵੇਖਿਆ ਹੋਵੇ ਜਿਹੜੀ ਪਾਣੀ ਤੋਂ ਬਾਹਰ ਆ ਗਈ ਹੋਵੇ ਕਿਸੇ ਕਾਰਨ, ਉਸ ਨੂੰ ਤੜਪਦੀ ਨੂੰ ਕਦੀ ਵੇਖਣਾ। ਪਾਣੀ ਤੋਂ ਬਿਨਾ ਉਹਦਾ ਇੱਕ ਸੈਕਿੰਡ ਵੀ ਜਿਹੜਾ ਬਚਣਾ ਹੈ, ਉਹ ਸਮਝਦੀ ਹੈ ਮੇਰਾ ਉਹਦੇ ਤੋਂ ਬਿਨਾ ਗੁਜ਼ਾਰਾ ਹੀ ਨਹੀਂ, ਮੈਂ ਪਾਣੀ ਤੋਂ ਬਿਨਾ ਜਿੰਦਾ ਹੀ ਨਹੀਂ ਰਹਿ ਸਕਦੀ। ਉਹ ਤੜਪ ਤੜਪ ਕੇ ਪ੍ਰਾਣ ਦੇ ਜਾਂਦੀ ਹੈ। ਇਸ ਤਰ੍ਹਾਂ ਗੁਣ ਗਾਉਣੇ ਸਨ ਕਿ ਰੱਬ ਤੋਂ ਵਿਛੜ ਕੇ ਮੈਂ ਕਿਵੇਂ ਜੀ ਸਕਦਾ ਹਾਂ। ਇਹ ਗੱਲ ਮਨ ਵਿੱਚ ਵਸਾਉਣੀ ਸੀ, ਜੋ ਕਿ ਵਸਾਈ ਨਹੀਂ। ਸੋ ਭਾਈ ਗੁਰਮੁਖੋ, ਅਸੀਂ ਜਿਹੜਾ ਹੋਮਵਰਕ ਲਿਆ ਸੀ ਕਿ ਤੂੰ ਆਹੋਂ ਕਿਹੜੇ ਕੰਮ, ਇਸ ਕੰਮ ਲਈ ਆਪਾਂ ਆਏ ਹਾਂ, ਇਹ ਕੰਮ ਆਪਾਂ ਕਰਨਾ ਹੈ। ਜੇ ਕਰ ਰਹੇ ਹੋ ਤੇ ਵਾਹ ਭਲਾ, ਜੇ ਨਹੀਂ ਕਰ ਰਹੇ ਤੇ ਸ਼ੁਰੂ ਕਰੀਏ। ਇਹ ਵੀ ਨਹੀਂ ਸੋਚਣਾ ਕਿ ਪਿਛਲਾ ਜਨਮ ਐਵੇਂ ਚਲਾ ਗਿਆ ਤੇ ਹੁਣ ਕੀ ਕਰੀਏ, ਹੁਣ ਤੇਰਾ ਹੀ ਪਤਾ ਨਹੀਂ 4 ਦਿਨ ਗਏ ਨੇ ਕਿ ਨਹੀਂ ਰਹਿ ਗਏ। ਇਸ ਤਰ੍ਹਾਂ ਨਹੀਂ ਸੋਚਣਾ, ਸਗੋਂ ਦ੍ਰਿੜਤਾ ਦੇ ਨਾਲ ਹੁਣ ਇਸ ਕੰਮ ਨੂੰ ਆਪਾਂ ਸ਼ੁਰੂ ਕਰ ਲੈਣਾ। ਗੁਰੂ ਜੀ ਨੇ ਸਾਨੂੰ ਨਾ ਇੱਕ ਬੜਾ ਵੱਡਾ ਹੌਸਲਾ ਦਿੱਤਾ ਹੈ ਗੁਰਬਾਣੀ ਰਾਹੀਂ। ਉਹਨਾਂ ਨੇ ਬਚਨ ਆਖੇ ਨੇ, ਅਜਹੂ ਕਿਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਐ ਮਨੁੱਖ, ਕੀ ਹੋਇਆ ਜੇ ਤੂੰ ਆਪਣੀ ਜ਼ਿੰਦਗੀ ਦੇ ਬੀਤੇ ਸਮੇਂ ਵਿੱਚ ਰੱਬ ਦੇ ਗੁਣ ਨਹੀਂ ਗਾਏ। ਅਜਹੂ ਕਿਛ ਬਿਗੜਿਓ ਨਹੀਂ, ਹੁਣ ਵੀ ਕੁਝ ਨਹੀਂ ਵਿਗੜਿਆ। ਸਿਆਣੇ ਆਖਦੇ ਨੇ, ਡੁੱਲਿਆਂ ਬੇਰਾਂ ਦਾ ਕੁਝ ਵੀ ਨਹੀਂ ਵਿਗੜਦਾ, ਚੁੱਕ ਕੇ ਫਿਰ ਝਾੜ ਕੇ ਝੋਲੀ 'ਚ ਪਾ ਲੈਣੇ ਚਾਹੀਦੇ ਨੇ। ਅਜੇ ਕੁਝ ਨਹੀਂ ਵਿਗੜਿਆ। ਅਜਹੂ ਕਿਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ। ਅਜੇ ਵੀ ਸ਼ੁਰੂ ਕਰ ਲਈਏ ਤੇ ਵਾਹਿਗੁਰੂ ਜੀ ਦਾ ਭਜਨ ਕਰਦੇ ਕਰਦੇ
ਅਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵਾਂਗੇ। ਆਓ ਵਿਚਾਰ ਕਰਦੇ ਹਾਂ ਬਾਬਾ ਫਰੀਦ ਜੀ ਦੇ ਪਵਿੱਤਰ ਬਚਨ। ਪਿਛਲੇ ਬਚਨ ਵਿੱਚ ਉਹਨਾਂ ਨੇ ਆਖਿਆ ਸੀ, ਫਰੀਦਾ ਦਰ ਦਰਵਾਜ਼ਾ ਜਾਏ ਕੈ ਕਿਉਂ ਡਿਠੋ ਘੜੀਆਲ, ਇਹ ਨਿਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਆਪਾਂ ਇਹਨੂੰ ਵਿਸਥਾਰ ਨਾਲ ਸਮਝ ਲਿਆ ਸੀ। ਘੜਿਆਲ ਜਿਹੜਾ ਮੰਦਿਰਾਂ ਵਿੱਚ, ਗੁਰਦੁਆਰਿਆਂ 'ਚ, ਪਹਿਲਾਂ ਕੋਰਟ ਕਚਹਿਰੀਆਂ ਵਿੱਚ, ਸਕੂਲ ਦੀਆਂ ਕਲਾਸਾਂ ਵਿੱਚ ਘੰਟੀ ਵਜਾਈ ਜਾਂਦੀ ਸੀ, ਉਸ ਨੂੰ ਘੜਿਆਲ ਆਖਦੇ ਸਨ। ਉਹਨੂੰ ਹਥੌੜਿਆਂ ਨਾਲ ਕੁੱਟਿਆ ਜਾਂਦਾ। ਉਹਦਾ ਕਸੂਰ ਕੀ ਏ? ਕਿਉਂ ਕੁੱਟ ਪੈਂਦੀ ਏ? ਉਹ ਤੇ ਨਿਰਦੋਸ਼ ਏ, ਪਰ ਫਿਰ ਵੀ ਕੁੱਟ ਪੈਂਦੀ ਏ। ਜ਼ਰੂਰ ਬਾਬਾ ਫਰੀਦ ਜੀ ਨੇ ਕਿਤੇ ਇਹ ਕੰਮ ਹੁੰਦਾ ਵੇਖਿਆ ਹੋਣਾ, ਉਹਨਾਂ ਨੂੰ ਧਿਆਨ ਆ ਗਿਆ ਹੋਣਾ ਕਿ ਉਹਨਾਂ ਨੇ ਬਚਨ ਲਿਖ ਦਿੱਤੇ ਵੀ ਮੈਂ ਵੇਖਦਾ ਵੀ ਇਸ ਘੜਿਆਲ ਨੂੰ ਤੇ ਬਿਨਾਂ ਕਸੂਰ ਤੋਂ ਕੁੱਟ ਪੈ ਰਹੀ ਏ। ਅਸੀਂ ਲੋਕ ਜਿਹੜੇ ਪਲ ਪਲ ਕਸੂਰਵਾਰ ਹਾਂ, ਸਾਡਾ ਕੀ ਬਣੇਗਾ? ਇਹ ਫਰੀਦ ਸਾਹਿਬ ਦੀ ਵਿਚਾਰਧਾਰਾ ਹੈ ਔਰ ਬੜੀ ਚੰਗੀ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਇਹ ਵਿਚਾਰਧਾਰਾ ਮਜਬੂਰ ਕਰਦੀ ਏ ਵੀ ਇਹ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਕਿਤੇ ਆ ਕੁਝ ਤੂੰ ਕਰ ਤੇ ਨਹੀਂ ਰਿਹਾ ਜਿਹਦੇ ਤੋਂ ਗੁਰਬਾਣੀ ਸਾਨੂੰ ਵਰਜਦੀ ਏ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ। ਇਹ ਟਾਈਮ ਦੀ ਵੰਡ ਕੀਤੀ ਹੈ ਜੀ ਫਰੀਦ ਜੀ ਨੇ ਘੜੀਆਂ ਤੇ ਪਹਿਰਾਂ ਵਿੱਚ। ਆਪਾਂ ਜਿਵੇਂ ਪਿਛਲੀ ਵਾਰੀ ਗੱਲ ਕੀਤੀ ਸੀ ਨਾ ਵੀ ਇੱਕ ਤੇ ਉਦੋਂ ਉਹਨੂੰ ਕੁੱਟ ਪੈਂਦੀ ਹੈ ਘੰਟੀ ਨੂੰ ਜਦੋਂ ਪੀਰੀਅਡ ਬਦਲਦਾ ਹੈ, ਤੇ ਇੱਕ ਉਦੋਂ ਕੁੱਟ ਪੈਂਦੀ ਹੈ ਜਦੋਂ ਅੱਧੀ ਛੁੱਟੀ ਹੋ ਜਾਏ ਜਾਂ ਸਾਰੀ ਛੁੱਟੀ ਹੋ ਜਾਏ, ਉਦੋਂ ਤੇ ਬਹੁਤ ਜ਼ਿਆਦਾ ਕੁੱਟ ਪੈਂਦੀ। ਘੜੀਏ ਘੜੀਏ ਮਾਰੀ ਹੈ, ਉਹਨੂੰ ਹਰ ਘੜੀ ਪਿੱਛੋਂ, ਯਾਨੀ ਜਦੋਂ ਹੀ ਪੀਰੀਅਡ ਬਦਲਦਾ, ਜਦੋਂ ਹੀ ਆਵਾਜ਼ ਕੋਰਟ ਕਚਹਿਰੀ ਵਿੱਚ ਵੱਜਦੀ, ਉਹਦਾ ਘੜਿਆਲ ਵਜਾਇਆ ਜਾਂਦਾ ਵੀ ਘੜੀ ਮੁੜੀ ਉਹਨੂੰ ਮਾਰਿਆ ਜਾਂਦਾ। ਫਿਰ ਹਰ ਪਹਿਰ ਬਾਅਦ ਤੁਸੀਂ ਵੇਖਿਆ ਹੋਣਾ ਕਈ ਸਾਡੀਆਂ ਘੜੀਆਂ ਹੁੰਦੀਆਂ ਨੇ ਜਿਹੜੀਆਂ ਹਰ ਘੰਟੇ ਬਾਅਦ ਇੱਕ ਘੰਟੀ ਵਜਾਉਂਦੀਆਂ ਨੇ, ਪਰ ਜਦੋਂ 12 ਵੱਜਦੇ ਨੇ ਜਾਂ ਅਸੀਂ ਜਦੋਂ ਅਲਾਰਮ ਲਗਾਇਆ ਹੁੰਦਾ ਹੈ ਉਦੋਂ ਲਗਾਤਾਰ ਵੱਜੀ ਹੀ ਜਾਂਦੀ ਹੈ। ਪਹਿਰੀ ਲਹਿ ਸਜਾਏ, ਇਹ ਦੋ ਤਰ੍ਹਾਂ ਦੇ ਸਮੇਂ ਦੀ ਗੱਲ ਇੱਥੇ ਕੀਤੀ ਹੈ ਵੀ ਕਿਸੇ ਘੜੀ ਵੀ ਉਹਨੂੰ ਕੁੱਟਿਆ ਜਾਂਦਾ ਹੈ ਤੇ ਫਿਰ ਹਰ ਪਹਿਰ ਪਿੱਛੋਂ ਫਿਰ ਉਹਨੂੰ ਮਾਰਿਆ ਜਾਂਦਾ, ਇਹ ਉਹਨੂੰ ਸਜ਼ਾ ਮਿਲਦੀ ਏ। ਸੋ ਹੇੜਾ ਘੜਿਆਲ ਜਿਉਂ, ਇੱਥੇ ਜਿਹੜਾ ਹੇੜਾ ਸ਼ਬਦ ਹੈ ਨਾ ਜੀ, ਇਹਦਾ ਅਸਲੀ ਜਿਹੜਾ ਸ਼ਬਦ ਹੈ ਉਹ ਹੀਰਾ। ਹੀਰਾ ਦਾ ਮਤਲਬ ਹੁੰਦਾ ਹੈ ਮਾਸ, ਤੇ ਇੱਥੇ ਹੇੜਾ ਦਾ ਸ਼ਬਦ ਹੈ ਇਹ ਮਾਸ ਦਾ ਬਣਿਆ ਹੋਇਆ ਸਰੀਰ। ਸੋ ਹੇੜਾ, ਸੋ ਸਰੀਰ, ਘੜਿਆਲ ਜਿਉਂ, ਜਿਵੇਂ ਉਹ ਘੜਿਆਲ ਨੂੰ ਕੁੱਟ ਪੈਂਦੀ ਏ। ਦੁਖੀ ਰਹਿਣ ਵਿਹਾਏ, ਦੁਖੀ ਤੋਂ ਭਾਵ ਹੈ ਦੁੱਖਾਂ ਵਿੱਚ। ਉਹ ਮਨੁੱਖ ਜਿਹੜਾ ਪ੍ਰਭੂ ਦੀ ਭਗਤੀ ਨਹੀਂ ਕਰਦਾ, ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦਾ, ਸਗੋਂ ਪਾਪ ਤੇ ਅਪਰਾਧ ਕਰਦਾ ਹੈ, ਉਸ ਨੂੰ ਤਾਂ ਭਾਈ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ ਮਾਰ ਪੈਣੀ ਏ। ਇਸ ਤਰ੍ਹਾਂ ਆਖੀਏ ਕਿ ਉਹਦੀ ਸਾਰੀ ਜ਼ਿੰਦਗੀ ਹੀ, ਰਹਿਣ ਵਿਹਾਏ ਤੋਂ ਭਾਵ ਜ਼ਿੰਦਗੀ ਰੂਪੀ ਰਾਤ ਦੁੱਖਾਂ ਵਿੱਚ ਹੀ ਬੀਤਦੀ ਏ। ਪਾਪ ਕਰਨ ਵਾਲਾ ਮਨੁੱਖ ਕਦੀ ਸੁਖੀ ਨਹੀਂ ਰਹਿ ਸਕਦਾ। ਉਹ ਜਿੱਡੇ ਵੱਡੇ ਮਰਜ਼ੀ ਘਰ ਵਿੱਚ ਸੁੱਤਾ ਹੋਵੇ, ਉਹਦਾ ਪਲੰਗ ਜਿੰਨਾ ਮਰਜ਼ੀ ਕੀਮਤੀ ਹੋਵੇ, ਉਹਦਾ ਬਿਸਤਰਾ ਜਿੰਨਾ ਮਰਜ਼ੀ ਰੇਸ਼ਮ ਦਾ ਬਣਿਆ ਹੋਵੇ, ਉਹਦੇ ਵਿੱਚ ਪਿਆ ਹੋਇਆ ਵੀ ਉਹ ਦੁਖੀ ਰਹਿੰਦਾ। ਉਹਨੂੰ ਪਤਾ ਹੈ ਕਿ ਮੈਂ ਕੋਈ ਗੁਨਾਹ ਕਰਕੇ ਅੱਜ ਆਇਆ ਬਾਹਰ, ਲੋਕਾਂ ਨੂੰ ਨਹੀਂ ਪਤਾ ਲੇਕਿਨ ਉਸ ਨੂੰ ਪਤਾ ਹੈ। ਉਹ ਜਿਹੜਾ ਕੀਤਾ ਹੋਇਆ ਗੁਨਾਹ ਹੈ, ਕੀਤਾ ਹੋਇਆ ਅਪਰਾਧ ਦੇ ਅੰਦਰੋਂ ਹੁੱਜਾਂ ਮਾਰਦਾ ਰਹਿੰਦਾ ਵੀ ਤੂੰ ਇਹ ਕੀ ਕੀਤਾ। ਉਹ ਰਾਤ ਨੀਂਦ ਨਹੀਂ ਪੈਂਦੀ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਮੇਰੇ ਉਸ ਕੰਮ ਦਾ, ਇੰਨੀ ਮੇਰੀ ਸੰਸਾਰ ਵਿੱਚ ਇੱਜ਼ਤ ਬਣੀ ਹੈ, ਇੱਜ਼ਤ ਮਿੱਟੀ 'ਚ ਰੁਲ ਜਾਣੀ ਹੈ। ਨਹੀਂ ਨੀਂਦ ਆਉਂਦੀ। ਸਾਰੇ ਸੁੱਖਾਂ ਦੇ ਸਮਾਨ ਮੌਜੂਦ ਨੇ ਲੇਕਿਨ ਸੁੱਖ ਨਹੀਂ ਹੈ ਉਸ ਬੰਦੇ ਨੂੰ ਜਿਹੜਾ ਬੰਦਾ ਕੁਛ ਗਲਤ ਕਰਦਾ। ਇਸ ਲਈ ਫਰੀਦ ਜੀ ਆਖਦੇ ਨੇ ਦੁਖੀ ਰਹਿਣ ਵਿਹਾਏ,
ਦੁੱਖਾਂ ਵਿੱਚ ਹੀ ਉਹਦੀ ਸਾਰੀ ਜ਼ਿੰਦਗੀ ਰੂਪੀ ਰਾਤ ਜਿਹੜੀ ਉਹ ਗੁਜ਼ਰ ਜਾਂਦੀ ਹੈ। ਤੀਜੇ ਪਾਤਸ਼ਾਹ ਨੇ ਬੜਾ ਸੋਹਣਾ ਬਚਨ ਲਿਖਿਆ ਹੈ। ਉਹ ਆਖਦੇ ਨੇ, ਇਹ ਸਰੀਰ ਕੂੜ ਕੁਸੱਤ ਭਰਿਆ ਗਲ ਤਾਈਂ। ਇਹ ਸਾਡਾ ਸਰੀਰ ਜਿਹੜਾ ਹੈ ਨਾ ਜੀ, ਕੂੜ ਮੈਨੇ ਝੂਠ, ਕੁਸੱਤ ਮੈਨੇ ਵੀ ਝੂਠ ਹੀ ਹੁੰਦਾ। ਕੂੜ ਕੁਸੱਤ ਇਹ ਦੋਵੇਂ ਸਮਾਰਥਕ ਸ਼ਬਦ ਨੇ। ਸਾਡਾ ਇਹ ਸਰੀਰ ਝੂਠ ਤੇ ਕੂੜੀਆਂ ਗੱਲਾਂ ਨਾਲ, ਠੱਗੀਆਂ ਫਰੇਬੀਆਂ, ਹੇਰਾ ਫੇਰੀਆਂ, ਧੋਖੇ ਧੜੀਆਂ, ਚੋਰੀਆਂ, ਠੱਗੀਆਂ, ਇਹਨਾਂ ਨਾਲ ਭਰਿਆ ਹੋਇਆ। ਤੇ ਕਿੱਥੋਂ ਕੁ ਤੱਕ ਭਰਿਆ? ਗਲ ਤਾਈਂ। ਨੱਕਾ ਨੱਕ ਅਸੀਂ ਪਾਪਾਂ ਤੇ ਅਪਰਾਧਾਂ ਨਾਲ ਭਰੇ ਹੋਏ ਲੋਕ ਹਾਂ। ਮੈਂ ਜੀ ਆਪ ਜੀ ਨੂੰ ਨਹੀਂ ਕਹਿ ਰਿਹਾ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਤੇ ਮੈਂ ਇਹਨਾਂ ਨੂੰ ਆਪਣੇ ਤੇ ਘਟਾ ਰਿਹਾ, ਤੁਹਾਡੇ ਤੇ ਨਹੀਂ। ਤੁਸੀਂ ਤੇ ਸਾਰੇ ਧਰਮੀ ਪੁਰਸ਼ ਜੇ। ਮੈਨੂੰ ਇਉਂ ਲੱਗਦਾ ਕਿ ਜਿਹੜਾ ਮੇਰਾ ਸਰੀਰ ਏ, ਇਹ ਤੇ ਗਲ ਤੱਕ ਪਾਪਾਂ ਤੇ ਅਪਰਾਧਾਂ ਨਾਲ ਭਰਿਆ ਹੋਇਆ। ਪਾਪ ਕਮਾਈ, ਜੇ ਭਰੇ ਹੀ ਪਾਪ ਅਪਰਾਧ ਨੇ ਤੇ ਕਮਾਈ ਫਿਰ ਕੀ ਕਰੇਗਾ? ਫਿਰ ਪਾਪ ਹੀ ਕਮਾਏਗਾ। ਗੁਰੂ ਜੀ ਨੇ ਲਿਖਿਆ, ਪਾਪ ਕਰਹਿ ਪੰਚਾਂ ਕੇ ਬਸ ਰੇ। ਐ ਮਨੁੱਖ ਇਹਨਾਂ ਪੰਜਾਂ ਦੇ ਅਧੀਨ ਹੋਇਆ ਹੋਇਆ ਤੂੰ ਪਾਪ ਕਮਾਈ ਜਾਣਾ, ਤੂੰ ਇਹਨਾਂ ਨੂੰ ਛੱਡਦਾ ਨਹੀਂ। ਤੇ ਫਿਰ ਕੀ ਹੋਣਾ ਹੈ? ਗੁਰਮੁਖਾ ਸਾਰੀ ਤੇਰੀ ਜ਼ਿੰਦਗੀ ਰੂਪ ਜਿਹੜੀ ਰਾਤ ਹੈ, ਇਹ ਦੁੱਖਾਂ ਵਿੱਚ ਹੀ ਗੁਜ਼ਰਨੀ ਹੈ। ਤੈਨੂੰ ਸੁੱਖ ਤੇ ਸ਼ਾਂਤੀ ਨਹੀਂ ਮਿਲਣ ਵਾਲਾ। ਸੁੱਖ ਤੇ ਜੇ ਸ਼ਾਂਤੀ ਚਾਹੁੰਦਾ ਹੈ ਤੇ ਫਿਰ ਭਾਈ ਵਾਹਿਗੁਰੂ ਜੀ ਦੇ ਗੁਣ ਗਾਇਆ ਕਰੀਏ। ਆਇਓ ਸੁਣਨ ਪੜ੍ਹਨ ਕੋ ਬਾਣੀ। ਫਿਰ ਆਪਾਂ ਬਾਣੀ ਨੂੰ ਆਪ ਪਿਆਰ ਨਾਲ, ਜਿਵੇਂ ਹੁਣ ਤੁਸੀਂ ਸ਼ਾਂਤ ਬੈਠ ਕੇ ਸੁਣ ਰਹੇ ਹੋ, ਇਸ ਤਰ੍ਹਾਂ ਸੁਣਿਆ ਕਰੀਏ। ਤੇ ਆਪ ਆਪਣੇ ਘਰ ਵਿੱਚ ਬਹਿ ਕੇ ਪਿਆਰ ਨਾਲ, ਸ਼ਾਂਤ ਸੁਭਾਅ ਨਾਲ ਇਹਦਾ ਪਾਠ ਕਰਿਆ ਕਰੀਏ। ਹੌਲੀ ਹੌਲੀ ਮਨ ਨੂੰ ਪ੍ਰੇਰਨਾ ਮਿਲੇਗੀ। ਫਿਰ ਅਸੀਂ ਗੋਬਿੰਦ ਦੇ ਗੁਣ ਗਾਉਣ ਲੱਗ ਪਵਾਂਗੇ। ਜਿਵੇਂ ਜਿਵੇਂ ਗੋਬਿੰਦ ਦੇ ਗੁਣ ਗਾਵਾਂਗੇ, ਪਾਪਾਂ ਵੱਲੋਂ, ਅਪਰਾਧਾਂ ਵੱਲੋਂ ਸਾਡਾ ਖਹਿੜਾ ਛੁੱਟਦਾ ਜਾਏਗਾ। ਅਸੀਂ ਇੱਕ ਦਿਨ ਆਏਗਾ ਕਿ ਉਹਨਾਂ ਸਾਰਿਆਂ ਪਾਪਾਂ ਅਪਰਾਧਾਂ ਤੋਂ ਤੌਬਾ ਕਰ ਲਵਾਂਗੇ ਤੇ ਫਿਰ ਅਸੀਂ ਗੁਣਾਂ ਦੇ ਧਾਰਨੀ ਬਣ ਜਾਵਾਂਗੇ। ਜਦੋਂ ਸਾਡੇ ਵਿੱਚ ਗੁਣ ਆ ਗਏ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਤੇ ਬਚਨ ਆਖੇ ਹੀ ਨੇ ਕਿ ਜਿਹਦੇ ਵਿੱਚ ਗੁਣ ਆ ਜਾਂਦੇ ਨੇ, ਸਮਝੋ ਉਹਦੀ ਭਗਤੀ ਪ੍ਰਵਾਨ ਹੋ ਜਾਂਦੀ। ਜਿਹਦੇ 'ਚ ਗੁਣ ਨਹੀਂ ਆਉਂਦੇ, ਔਗਣਾਂ ਦਾ ਨਾਲ ਭਰਿਆ ਸਰੀਰ ਰਹਿ ਜਾਂਦਾ ਹੈ, ਉਹਦੀ ਭਗਤੀ ਕੀਤੀ ਵੀ ਲੇਖੇ ਨਹੀਂ ਪੈਂਦੀ। ਸੋ ਅੱਜ ਦੀ ਵਿਚਾਰ ਗੁਰਮੁਖੋ ਮੈਂ ਤੁਹਾਡੇ ਨਾਲ ਇੱਥੋਂ ਤੱਕ ਕੀਤੀ ਹੈ। ਅੱਜ ਇੱਥੇ ਸਮਾਪਤੀ ਕਰਦੇ ਹਾਂ, ਸਮਾਂ ਹੋ ਗਿਆ। ਇਸ ਤੋਂ ਅਗਲਾ ਸ਼ਲੋਕ ਜਿਹੜਾ 41 ਨੰਬਰ ਆਪਾਂ ਆਉਣ ਵਾਲੇ ਸਮੇਂ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।